स्वतः शुद्धं बुद्धं मति गति परम भाग विषयम निराकारं सारं भवजलधिपारं रूपम् अमानन्दानन्दं चित्घनमचल मध्यन्तरहितं नमामस्तुं नित्यं सुरनरनुतं नानक गुरुम् सुरनरनुतं नानक गुरुम्। गुरु प्यारियो, निर्मल भेख भूषण पंडित गुलाब सिंह जी कृत मोक्ष श्री मोक्ष पंथ प्रकाश ग्रंथ ਨੂੰ ਆਪਾਂ ਪੜ ਰਹੇ ਹਾਂ। ਮੰਗਲਾਚਰਨ ਆਪਾਂ ਕੱਲ ਤੱਕ ਪ੍ਰਾਰੰਭ ਕੀਤੇ ਸੀ। ਅੱਜ ਜਿਹੜਾ ਮੰਗਲਾਚਰਨ ਗੁਰੂ ਸਾਹਿਬ ਦਾ ਗ੍ਰੰਥਾਕਾਰ ਨੇ ਕਿਹਾ ਉਹ ਆਪਾਂ ਪ੍ਰਾਰੰਭ ਕਰਨਾ ਹੈ। ਗੁਰੂ ਪਾਤਸ਼ਾਹ ਜੀ ਦਾ ਮੰਗਲਾਚਰਨ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਆਪਣੇ ਭਾਵ ਨੂੰ, ਆਪਣੀ ਸ਼ਰਧਾ ਨੂੰ, ਆਪਣੇ ਉਸ ਪਰੰਪਰਾਗਤ ਪੱਧਤੀ ਨੂੰ ਪੂਰਨ ਕਰਦੇ ਹੋਏ ਪੰਡਿਤ ਗੁਲਾਬ ਸਿੰਘ ਜੀ ਗੁਰੂ ਮਹਾਰਾਜ ਦੇ ਚਰਨਾਂ ਵਿੱਚ ਬੇਨਤੀ ਕਰਦੇ ਨੇ। ਸਵਈਆ या पद पंकज नीर हरे मल तारत दीन बहे पब भारी बावन के पद पंकज ते मनु गंग गिरी जन तारन हारी बैनन नैनन के की उपमा रवि कंजन ते अतिसार तिहा निहारी ता गुरु नानक के पद पंकज शीश निवाय के बंद हमारी। ग्रंथाकार पंडित गुलाब सिंह जी महाराज बेनती करते ने ता पद पंकज नीर हरे मन। मेरे सतगुरु नानक देव पातशाह जी दे पावन पवित्र चरणां नूं स्पर्श होया जल नीर हरे मल मल नूं हार दिंदा है। जन्मां जन्मांतरां दी मल बਖਸ਼ੇਪ वर्ण नूं हर दिंदा है, शुद्धीकरण कर दिंदा। तारत दीन बहे भव भारी, ਕਹਿੰਦੇ ਦੀਨਾਂ ਨੂੰ ਤਾਰ ਦਿੰਦਾ ਹੈ। ਜਿਹੜੇ ਭਵ ਦੇ ਭਮੀਰੀਆਂ ਦੇ ਵਿੱਚ ਬਹਿ ਗਏ ਸੀ, ਵਿਸ਼ੇ ਵਿਕਾਰਾਂ ਵਿੱਚ ਬਹਿ ਗਏ ਸੀ, ਉਹਨਾਂ ਨੂੰ ਤਾਰ ਦਿੰਦਾ ਹੈ। ਦੂਸਰਾ ਭਾਵ ਇਹ ਵੀ ਹੈ ਵੀ ਜਿਹੜੇ ਲੋਕ ਈਸ਼ਵਰ ਦੇ ਪ੍ਰੇਮ ਵਿੱਚ ਬਹਿ ਰਹੇ ਸੀ, ਈਸ਼ਵਰ ਦੀ ਬੰਦਗੀ ਵਿੱਚ ਬਹਿ ਰਹੇ ਸੀ, ਉਹਨਾਂ ਨੂੰ ਤਾਰ ਦਿੰਦਾ। ਇਹ ਦੋ ਭਾਵ ਬਣ ਜਾਂਦੇ ਆ। ਬਾਵਨ ਕੇ ਪਦ ਪੰਕਜ ਤੇ ਗੁਰੂ ਮਹਾਰਾਜ ਪਾਤਸ਼ਾਹ ਜੀ ਦੇ ਜਿਹੜੇ ਪਦ ਪੰਕਜ ਨੇ ਨਾ, ਉਹਨੂੰ ਮਾਨੋ ਗੰਗ ਗਿਰੀ ਜਨ ਤਾਰਨਹਾਰੀ ਮੰਨ ਲਓ। ਇਹ ਕਹਿੰਦੇ ਮਹਾਰਾਜ ਦੇ ਚਰਨਾਂ ਨੂੰ ਸਪਰਸ਼ ਹੋਇਆ ਜਲ ਇਸ ਤਰ੍ਹਾਂ ਬੰਦੇ ਨੂੰ ਤਾਰਦਾ ਜਿਵੇਂ ਗੰਗਾ ਇਸ ਲੋਕ ਤੇ ਆ ਕੇ, ਮਨੁ ਗੰਗ ਗਿਰੀ ਉਹ ਬ੍ਰਹਮ ਲੋਕ ਤੋਂ ਡਿੱਗੀ ਗੰਗਾ ਤੇ ਉਸਨੇ ਇਸ ਦੁਨੀਆ ਦੇ ਸਾਰੇ ਲੋਕਾਂ ਨੂੰ ਤਾਰਨ ਦੇ ਲਈ ਆਪਣਾ ਉਦਵੇਗ ਬਣਾਇਆ, ਆਪਣਾ ਪ੍ਰਵਾਹ ਚਲਾਇਆ। ਉਸੇ ਤਰ੍ਹਾਂ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਦੇ ਚਰਨਾਂ ਨਾਲ ਸਪਰਸ਼ ਹੋਇਆ ਇਹ ਜਲ ਜਿਹੜਾ ਅੰਮ੍ਰਿਤ ਰੂਪੀ ਜਲ, ਉਹ ਜਦ ਵੀ ਮਨੁੱਖ ਦੇ ਨਾਲ ਲੱਗਦਾ ਹੈ ਤਾਂ ਜਨਮ ਮ੍ਰਿਤੂ ਦੇ ਪ੍ਰਵਾਹ ਨੂੰ ਕੱਟ ਕੇ ਤੇ ਇਹਨੂੰ ਕੀ ਪ੍ਰਦਾਨ ਕਰਦਾ ਹੈ? ਇਹਨੂੰ ਜਿਹੜੇ ਨੇ ਸ਼ੁਭ ਲੋਕ, ਸਵਰਗ, ਬ੍ਰਹਮ ਲੋਕ, ਬ੍ਰਹਮ ਦੇ ਚਰਨਾਂ ਦੇ ਵਿੱਚ, ਈਸ਼ਵਰ ਦੇ ਚਰਨਾਂ ਵਿੱਚ ਜਨ ਤਾਰਨ ਹਾਰੀ, ਜਨ ਨੂੰ ਤਾਰਨ ਦੇ ਲਈ ਇੰਨੀ ਸ਼ਕਤੀ ਹੈ ਇਸ ਜਲ ਦੇ ਵਿੱਚ। ਉਹ ਜਨ ਨੂੰ ਤਾਰਨ ਦੇ ਲਈ ਉੱਥੋਂ ਤੱਕ ਬ੍ਰਹਮ ਲੋਕ ਤੱਕ ਲੈ ਜਾਂਦਾ ਹੈ। ਜਲ ਨੂੰ ਸਪਰਸ਼ ਕਰਨ ਵਾਲੇ ਬ੍ਰਹਮ ਲੋਕ ਤੱਕ ਈਸ਼ਵਰ ਦੇ ਇਸ ਭਾਵ ਨੂੰ ਆਪਣੇ ਨੂੰ ਅੰਦਰ ਸਮੋ ਕੇ ਮੋਕਸ਼ ਤੱਕ ਪਹੁੰਚ ਜਾਂਦੇ ਨੇ। ਬੈਨਨ ਨੈਨਨ ਕੀ ਉਪਮਾ ਰਵੀ, ਮਹਾਰਾਜ ਪਾਤਸ਼ਾਹ ਜੀ ਦੇ ਜਿਹੜੇ ਬਚਨ ਨੇ ਤੇ ਮਹਾਰਾਜ ਪਾਤਸ਼ਾਹ ਜੀ ਦੀ ਜਿਹੜੀ ਤਕਨੀ ਹੈ, ਜਾਣੀ ਇਹ ਕਹਿ ਲਓ ਜਾਂ ਮਹਾਰਾਜ ਪਾਤਸ਼ਾਹ ਦੇ ਜੀ ਨੇ ਬਚਨ ਸੁਣ ਲਏ ਤੇ ਜਿਸ ਉੱਪਰ ਨਿਗਾਹ ਪੈ ਗਈ
ਕਿ ਉਪਮਾ ਰਵੀ, ਕਹਿੰਦੇ ਸੂਰਜ ਮਹਾਰਾਜ ਦੀ ਉਪਮਾ ਨਹੀਂ ਦੇ ਸਕਦਾ। ਯਾਨੀ ਸੂਰਜ ਵੀ ਉਪਮਾ ਦੇਣ ਦੇ ਲਈ ਸੂਰਜ ਵੀ ਇੱਥੇ ਛੋਟਾ ਪੈ ਰਿਹਾ। ਮੇਰੇ ਗੁਰੂ ਨਾਨਕ ਦੇ ਪਾਤਸ਼ਾਹ ਸੂਰਜ ਤੋਂ ਵੀ ਵੱਡੀ ਛਵੀ ਵਾਲੇ ਨੇ, ਬੜੇ ਪ੍ਰਕਾਸ਼ ਵਾਲੇ ਨੇ, ਕਿਉਂਕਿ ਸੂਰਜ ਤੇ ਕੇਵਲ ਦੁਨੀਆ ਵਿੱਚ ਚਾਨਣ ਕਰਦਾ ਹੈ, ਤੇ ਮੇਰੇ ਗੁਰੂ ਨਾਨਕ ਦੇ ਪਾਤਸ਼ਾਹ ਤਾਂ ਲੋਕ ਪ੍ਰਲੋਕ ਦੇ ਵਿੱਚ ਜੀਵ ਨੂੰ ਚਾਨਣ ਕਰ ਦਿੰਦੇ। ਕੰਜਨ ਤੇ ਅਤਿਸਾਰ ਨਿਹਾਰੀ, ਮੈਂ ਦੇਖਿਆ ਗੁਰੂ ਨਾਨਕ ਦੇ ਪਾਤਸ਼ਾਹ ਜੀ ਦੇ ਬਚਨਾਂ ਨਾਲ, ਬੈਨਣਾ ਦੇ ਨਾਲ, ਬੈਨਣ ਆ ਗਿਆ ਨਾ, ਬਚਨਾਂ ਦੇ ਨਾਲ ਸਾਰੇ ਸਾਰ ਨੂੰ, ਸਾਰੀ ਸਾਰ ਗ੍ਰਹਿ ਵਸਤੂ ਨੂੰ ਜੀਵ ਜਿਹੜਾ ਨਿਹਾਰ ਲੈਂਦਾ, ਦੇਖ ਲੈਂਦਾ। ਭਾਵ ਇਹ ਕਿ ਜਿਸਨੇ ਵੀ ਗੁਰੂ ਮਹਾਰਾਜ ਦੇ ਚਰਨਾਂ ਨਾਲ ਸਪਰਸ਼ ਕੀਤਾ, ਉਹ ਮਹਾਰਾਜ ਪਾਤਸ਼ਾਹ ਜੀ ਦੀ ਕਿਰਪਾ ਦਾ ਪਾਤਰ ਬਣਿਆ। ਅਤਿਸਾਰ ਨਿਹਾਰੀ, ਉਹ ਦੁਨੀਆ ਦੇ ਸਾਰੇ ਸਾਰ ਨੂੰ, ਸਿਧਾਂਤ ਨੂੰ, ਆਨੰਦ ਨੂੰ ਜਾਣ ਲੈਂਦਾ, ਗਿਆਨ ਨੂੰ ਜਾਣ ਲੈਂਦਾ, ਉਹਨੂੰ ਸਾਰੀਆਂ ਰਿਸ਼ਮਾਂ ਉੱਤੇ ਪੈ ਕੇ ਸ਼ੁੱਧ ਕਰ ਦਿੰਦੀਆਂ। ਤਾ ਗੁਰੂ ਨਾਨਕ ਕੇ ਪਦ ਪੰਕਜ, ਐਸੇ ਮੇਰੇ ਕਾਮਲ ਸਤਿਗੁਰੂ ਗੁਰੂ ਨਾਨਕ ਦੇ ਪਾਤਸ਼ਾਹ ਜੀ ਦੇ ਪਦ ਪੰਕਜ, ਪਾਵਨ ਪਵਿੱਤਰ ਚਰਨਾਰ ਬਿੰਦੋ में शीस नवाए के बंद हमारी, मैं शीस नवा के बंदना करदा। हे पातशाह मेरे उपर किरपा करो, मैनू अपने नाम की दात बख्शो। ऐसे सतगुर तो मैं बलिहार जाना, जिस सतगुर दे चरणां दे विच स्पर्श होया जल गंगा दी तरह, जन्मां जन्मांतरां दे मल विक्षेप वरण नाल लिबड़े बंदे नू, अज्ञानकृत बंदे नू शुद्ध करके ਤੇ ਫਿਰ ਕੀ ਕਰਦਾ, ਉਹਦੀਆਂ ਸਾਰੀਆਂ ਅਵਿਦਿਆਵਾਂ ਖਤਮ ਕਰਕੇ ਇਸ ਭਵ ਸਾਗਰ ਤੋਂ ਪਾਰ ਕਰ ਦਿੰਦਾ ਵਿਵੇਕ ਦੇ ਕੇ। ਤੇ ਜਨਮਾਂ ਜਨਮਾਤਰਾ ਤੋਂ ਜਿਗਿਆਸਾ ਸੀ ਜਿਸ ਵਸਤੂ ਦੀ, ਦੀਨ ਹੋਇਆ ਮੰਗਦਾ ਰਹਿੰਦਾ ਸੀ, ਉਹ ਮੁਕਤੀ ਉਸਦੇ ਗਰੇਵਾਨ ਵਿੱਚ ਆ ਜਾਂਦੀ ਹੈ। ਐਸੇ ਕਾਮਲ ਸਤਿਗੁਰ ਤੋਂ ਮੈਂ ਸੀਸ ਨਵਾ ਕੇ ਸਦਾ ਹੀ ਬੰਦਨਾ ਕਰਦਾ ਹੋਇਆ ਮੰਗ ਕਰਦਾ ਹੈ, ਮੇਰੇ ਪਾਤਸ਼ਾਹ ਆਪ ਜੀ ਦੇ ਚਰਨਾਂ ਦਾ ਪ੍ਰੇਮ ਮਿਲੇ। ਅੱਗੇ ਛੰਦ ਆਉਂਦਾ ਹੈ ਮਾਧਵਕ ਛੰਦ। ਗੋਬਿੰਦ ਸੋ ਸਿੰਘ ਕਿਰਪਾ ਨਿਧ ਨਾਥ ਹਰੈ, ਹਿਰਦ ਜਡ ਸਦਾ ਸੁਖਦਾਈ। ਬਾਹੀ ਭਾਵ ਸਾਗਰ ਪਾਰ ਪਾਰੇ, ਪਾਦ ਪੰਕਜ ਕੀ ਜਨ ਜੇ ਸ਼ਰਨਾਈ। ररे जिन नाम सरे सब काम, रहे बाबा मंडल चिंतन हाई। ईसो पद पंकज बंदत हाँ, निज दासन दास के हो सहाई। वैसे गुरु प्यारिओ, ये ਜਿਹੜਾ ग्रंथ है ना, ये गुरमुखी ਦੇ ਵਿੱਚ ਲਿਖਿਆ ਸੀ ਗ੍ਰੰਥ ਆ, ਸਾਰੇ ਅੱਖਰ ਗੁਰਮੁਖੀ ਦੇ ਨੇ। ਆਪਾਂ ਹਿੰਦੀ ਵਾਲੇ ਗ੍ਰੰਥ ਤੋਂ ਪੜ੍ਹ ਰਹੇ ਹਾਂ, ਪਰ ਇਹ ਪੰਜਾਬੀ ਵਾਲੇ ਗ੍ਰੰਥ ਤੋਂ ਜ਼ਿਆਦਾ ਪੜ੍ਹਨਾ ਅਨੁਕੂਲ ਹੈ। ਇੱਥੇ ਗ੍ਰੰਥਾਕਾਰ ਕਹਿੰਦੇ ਨੇ, ਗੋਬਿੰਦ ਸੋ ਸਿੰਘ ਕਿਰਪਾ ਨਿਧੀ ਨਾਥ, ਇਹ ਮੇਰੇ ਕਿਰਪਾ ਦੇ ਸਮੁੰਦਰ ਸਰੂਪ ਨਾਥ ਮਾਲਿਕ ਸਤਿਗੁਰੂ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਪਾਤਸ਼ਾਹ, ਆਪ ਹਰੈ ਹਿਰਦ ਜਡ ਸਦਾ ਸੁਖਦਾਈ। ਹਿਰਦੇ ਦੀ ਜਡਤਾ, ਜਡਤਾ ਜੜਤਾ ਕਹਿ ਲੋ, ਜਿਸ ਦਾ ਹਿਰਦਾ ਜੜ ਹੋ ਗਿਆ, ਜਿਸ ਦੇ ਵਿੱਚ ਗਿਆਨ ਦੀ ਰੇਸ਼ਮ ਪੈਂਦੀ ਨਹੀਂ, ਅੰਧਕਾਰ ਦੇ ਵਿੱਚ ਸਮੋਇਆ ਪਿਆ ਹੈ, ਲਵਾ ਲਪ ਭਰਿਆ ਪਿਆ, ਉਸ ਹਿਰਦੇ ਦੇ ਵਿੱਚ ਮੇਰੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜਦੋਂ ਆਪਣਾ ਪ੍ਰਕਾਸ਼ ਕਰਦੇ ਨੇ, ਨਾਮ ਦੀ ਦਾਤ ਦਿੰਦੇ ਨੇ, ਤੇ ਸੁਖਦਾਈ, ਫਿਰ ਸੁੱਖਾਂ ਦੇ ਦਾਤੇ ਸੁਖ ਬਖਸ਼ੀਸ਼ ਕਰ ਦਿੰਦੇ ਨੇ। ਹਿਰਦੇ ਦੇ ਵਿੱਚ ਸੁੱਖ ਦੀ ਅਨੁਭੂਤੀ ਹੋਣੀ ਸ਼ੁਰੂ ਹੋ ਜਾਂਦੀ ਹੈ। ਸਦਾ ਸੁਖਦਾਈ, ਸਦਾ ਹੀ ਇਹ ਜੀਵ ਸੁੱਖ ਨੂੰ ਪ੍ਰਾਪਤ ਹੋ ਜਾਂਦਾ ਹੈ, ਕਿਉਂਕਿ ਇਹਦੀ ਜਡਤਾ ਨੂੰ ਹਰ ਦਿੱਤਾ, ਇਹਦੀ ਅਗਿਆਨਤਾ ਨੂੰ ਮਰਨ ਨੇ ਹਰ ਦਿੱਤਾ। ਹਿਰਦੇ ਦੇ ਵਿੱਚ ਜਿਹੜੀ ਅਗਿਆਨਤਾ ਸੀ ਤੇ ਉਸ ਨੂੰ ਦੂਰ ਕਰ ਦਿੱਤਾ। ਬਾਹੀ ਭਵ ਸਾਗਰ ਪਾਰ ਪਰੇ, ਕਹਿੰਦੇ ਗੁਰੂ ਮਹਾਰਾਜ ਦੇ ਭਾਵ ਦੇ ਵਿੱਚ ਬਹਿਣ ਵਾਲਾ ਜੀਵ
इस भव सागर तो पार परे पार हो जाता है। पद पंकज की जन ले शरनाई, ते गुरु महाराज जी दे पद पंकज चरनार बिंदां दी जेड़ा शरण ले लेवे वो भी तर जाता है। भाई नंद लाल जी जैसे बड़े बड़े कामल लोग भी शरण विच आए ते तर गए। ररे जन नाम सरे सब काम, कहते रटिया है नाम जिसने। ररे का अर्थ की है? रटना, बार बार जपना। जिसने वाहिगुरु पातशाह जी दे नाम नू ररिया जपिया, सारे सब काम, कहते ਉਹਦੇ मन ਦੀਆਂ ਕਾਮਨਾਵਾਂ ਸਾਰੀਆਂ ਸੰਪੂਰਨ ਹੋ ਜਾਂਦੀਆਂ ਨੇ। ਉਹਦੇ शुभ संकल्प पूरे हो जाते ਨੇ, क्योंकि ਉਹਦੇ शुभ संकल्प ਦੇ ਵਿੱਚ ਨਾਮ ਦੇ ਨਾਲ ਸ਼ੁੱਧੀਕਰਨ, ਅੰਤःਕਰਨ ਕੇਵਲ ਤੇ ਕੇਵਲ ਮੋਕਸ਼ ਤੇ ਈਸ਼ਵਰ ਦੇ ਮਿਲਾਪ ਨੂੰ ਹੀ ਤੰਗਦਾ ਹੈ। ਸ਼ੁੱਧੀਕਰਨ जब हो जाए तो ये जीव की मंग कोई नहीं रहिंदी। ये सारे पासों परिपूर्ण तौर ते परपक्क होया निष्पन्न हो जाता है, कह लो तुसी रज जाता है। ररे जिन नाम सरे सब काम, रहे भव मंडल चिंत न हाय। कहते भव मंडल दे विच रहन दी फिर उन्होंने चिंता नहीं रहिंदी भी हुण मैनू कोई बचाउण वाला नहीं। उन्होंने पता लग जाता है मेरा साहिब गुरु गोबिंद सिंह पातशाह मालिक है ते आप खुद रखिया करेगा अपने बच्चों की, क्योंकि आपां उहदे बच्चे बन के उहदे चरणां दे नाल जुड़ जाणे। इसो पद पंकज बंदत हो, ऐसे गुरु महाराज जी दे चरण कमलों दे विच मैं बंदना करदा, बंदत हो निज दासन दास के हो सहाय। हे पातशाह तू अपने दासां दे दास दा सहाई हो, मैं ते तेरे दासां दा भी दास हां। वेखो किन्नी बनिमरता है। पंडित गुलाब सिंह जी कहते सतगुर मैं तेरे दासां दा दास हां। आप जी दे दास मेरे गुरु बाबा मान सिंह जी ते मैं उन्हां दा दास हां, क्योंकि गुरु गोबिंद सिंह पातशाह जी दे नाल संत बाबा मान सिंह जी हम रकाब रहे। पंडित गुलाब सिंह जी दे गुरु विद्या गुरु संत बाबा मान सिंह जी अगे उन्हां दा मंगलाचरण होना है। ਉਹ ਮਹਾਰਾਜ ਦੇ ਚਰਨਾਂ ਦੇ ਵਿੱਚ ਰਹੇ, ਸੇਵਾ ਬ੍ਰਿੰਦ ਸੇਵਾ ਵਿੱਚ ਰਹੇ ਤੇ ਉਹ ਗ੍ਰੰਥਾਕਾਰ ਉੱਥੇ ਉਹ ਗੱਲ ਦੱਸਦੇ ਨੇ ਵੀ ਨਿਜ ਦਾਸਨ ਦਾਸ ਕੇ ਹੋ ਸਹਾਈ, ਮੈਂ ਤੇਰੇ ਦਾਸ ਦਾ ਦਾਸ ਹਾਂ। ਮੇਰੇ ਸਤਿਗੁਰ ਮੇਰੇ ਪਾਤਸ਼ਾਹ ਮੇਰੀ ਸਹਾਇਤਾ ਕਰ, ਮੇਰੇ ਉੱਪਰ ਕਿਰਪਾ ਦ੍ਰਿਸ਼ਟੀ ਕਰ। ਅੱਗੇ ਆਪਣੇ ਗੁਰੂਆਂ ਦਾ ਮੰਗਲਾਚਰਨ ਕਰਦੇ ਨੇ। ਨਰਾਜ ਛੰਦ सो नाथ मान सिंह के पदार बिंद ते गिरे, अनूप वार बिंदु को सुमुखार बिंद में परे। सुवागहीन रूप में बचाल मूक को करे, निहार रूप आपनो गहे को बंद को हरे। ग्रंथाकार कहते हे प्रभु सुनाथ श्रेष्ठ नाथ मालिक, ऐसा सुंदर मेरा मालिक, सुष्ठु मेरा नाथ मालिक की ना है मान, नाम है मान सिंह मेरे गुरु विद्या गुरु के पदार बिंद ते गिरे। मैं उन्हां दे चरनार बिंदां विच डिग के गिर के चरणां नूं स्पर्श करके बनिमरता युक्त होके की कर रहे हैं? बनिमरता युक्त होके अनूप वार बिंद को मुखार बिंद में परे। मैं उस वाहिगुरु दी उपमा जिसदी अनुपमा कही नहीं जा सकती, बारंबार ਉਹ ਵਾਹਿਗੁਰੂ ਜੀ ਦੇ ਪਾਵਨ ਪਵਿੱਤਰ ਚਰਨਾਂ ਦੇ ਵਿੱਚ ਬਿੰਦੂ ਕੋ ਮੁਖਾਰ ਬਿੰਦ ਮੈਂ ਪਰੇ, ਮੈਂ ਉਹਨਾਂ ਦੀ ਸ਼ੋਭਾ ਕਰ ਰਿਹਾ, ਕੀਰਤੀ ਕਰ ਰਿਹਾ, ਉਪਮਾ ਕਰ ਰਿਹਾ, ਮਹਿਮਾ ਕਰ ਰਿਹਾ। ਜੋ ਸੁਭਾਗਹੀਨ, ਸੁਭਾਗ ਦਾ ਅਰਥ ਹੈ, ਬਾਗਹੀਨ ਦਾ ਅਰਥ ਹੋ ਗਿਆ ਜਿਹੜਾ ਬੋਲ ਨਹੀਂ ਸਕਦਾ, ਬਾਗ ਨਾਮ ਬੋਲਣ ਦਾ। ਸੁਭਾਗ ਦਾ ਸੁਸਤੂ ਬਾਕਾਹੀਨ ਯਾਨੀ श्रेष्ठ भाषा बोलन तो जेड़ा जानदा ही नहीं गा वो मूक है। अगे जाके ਉਹਦਾ पर्यायवाची शब्द भी देता रूप में बचाल मूक को करे। ਕਹਿੰਦੇ ਕੀ ਕਰ ਦਿੱਤਾ? ਬਾਚਾਲ ਕਰ ਦਿੱਤਾ। ਜਿਵੇਂ ਆਪਾਂ ਇੱਕ ਸ਼ਲੋਕ ਪੜ੍ਹਦੇ ਹਾਂ ਸੰਸਕ੍ਰਿਤ ਦੇ ਵਿੱਚ ਸ਼ਲੋਕ ਆਉਂਦਾ ਹੈ, ਦਸਮ ਗ੍ਰੰਥ ਵਿੱਚ ਵੀ ਆਉਂਦਾ ਹੈ, ਮੂਕਮ ਕਰੋਤੀ ਬਾਚਾਲਮ ਪੰਗੁਮ ਲੰਘਤੇ ਗਿਰਮ ਜਤ ਕਿਰਪਾ ਤਮਹਮ ਬੰਦੇ ਪਰਮਾਨੰਦ ਮਾਧਵਮ। ਮੂਕਮ ਕਰੋਤੀ ਬਾਚਾਲ
ਤੇ ਗੁਰੂ ਸਾਹਿਬ ਕਹਿੰਦੇ ਮੁਖ ਉਚਰੈ ਸ਼ਾਸਤਰ ਖਟ, ਸਿੰਘ ਗਿਰਨ ਚੜ ਜਾਏ, ਅੰਧ ਲਖੈ ਬਦਰੋ ਸੁਣੈ, ਜੋ ਕਾਲ ਕਿਰਪਾ ਕਰਾਏ। 10ਵੇਂ ਪਾਤਸ਼ਾਹ ਦਾ ਹੁਕਮ। ਇੱਥੇ ਗ੍ਰੰਥਾਕਾਰ ਉਸ ਭਾਵ ਦੇ ਵਿੱਚ ਹੀ ਬੋਲਦੇ ਨੇ, ਸੁਭਾਗਹੀਨ ਰੂਪ ਮੈਂ ਬਚਾਲ, ਮੂਕ ਕੋ ਹਰੇ ਕਰੇ। ਇਹ ਪਾਤਸ਼ਾਹ ਜਿਹੜਾ ਤੇਰੇ ਸਦਰੂਪ ਨੂੰ ਬੋਲਣ ਦੇ ਵਿੱਚ ਬਾਕਹੀਨ ਸੀ, ਜਿਹਨੂੰ ਬੋਲਣਾ ਨਹੀਂ ਸੀ ਆਉਂਦਾ, ਤੇਰੀ ਉਪਮਾ ਸੋਭਾ, ਤੇ ਤੂੰ ਐਸੀ ਕਿਰਪਾ ਕਰ ਦਿੱਤੀ, ਉਹ ਬਾਚਾਲ ਕਰ ਦਿੱਤਾ। ਹੁਣ ਉਹ ਵਧੀਆ ਬੁਲਾਰਾ ਹੋ ਗਿਆ, ਤੇਰੀ ਉਪਮਾ ਸੋਭਾ ਮਹਿਮਾ ਦਾ ਗੁਣਗਾਨ ਕਰਦਾ। ਤੇ ਮੂਕ ਕੋ ਕਰੇ, ਤੂੰ ਤੇ ਪਾਤਸ਼ਾਹ ਮੂਕਮ ਕਰੋਤੀ ਬਾਚਾਲ, ਮੂਕ ਨੂੰ ਬਾਚਾਲ ਬਣਾ ਦਿੱਤਾ, ਐਸੀ ਤੇਰਾ ਕਿਰਪਾ ਹੋ ਗਈ। ਨਿਹਾਰ ਰੂਪ ਆਪਨੋ ਗਾਹੇ ਕੋਬੰਦ ਕੋ ਹਰੇ, ਜਦੋਂ ਇਹ ਜੀਵ ਆਪਣੇ ਆਪ ਨੂੰ ਜਾਣ ਲੈਂਦਾ ਹੈ, ਇੱਥੇ ਨਿਹਾਰ ਰੂਪ ਆਪ ਨੂੰ, ਜਦੋਂ ਆਪਣੇ ਆਪ ਨੂੰ ਤਤਵਮਸੀ ਦੁਆਰਾ ਜਾਣ ਲੈਂਦਾ, ਅਯਮ ਆਤਮਾ ਬ੍ਰਹਮ, ਜਾਂ ਇਸ ਬ੍ਰਹਮ ਦੇ ਇਸ ਸਰੀਰ ਦੇ ਵਿੱਚ ਈਸ਼ਵਰ ਵਸਦਾ ਹੈ, ਐਸੇ ਭਾਵ ਨੂੰ ਜਦੋਂ ਇਹ ਅਨੁਕੂਲ ਰੂਪ ਵਿੱਚ ਜਾਣ ਲੈਂਦਾ ਹੈ, ਮੈਂ ਉਸ ਈਸ਼ਵਰ ਦੀ ਹੀ ਅੰਸ਼ ਹਾਂ, ਇਸ ਭਾਵ ਵਿੱਚ ਆ ਜਾਂਦਾ। ਜਾਨੀ ਇਹ ਮੰਨ ਲਓ ਗੂੜ ਗਿਆਨ ਵਿੱਚ ਜਾ ਕੇ ਜਦੋਂ ਆਪਣੇ ਆਪ ਨੂੰ ਜਾਣ ਲੈਂਦਾ ਹੈ, ਨਿਹਾਰ ਰੂਪ ਆਪ ਨੂੰ ਜਦੋਂ ਆਪਣੇ ਆਪ ਨੂੰ ਜਾਣ ਲੈਂਦਾ ਹੈ, ਤਾਂ ਗਾਹੇ ਕੋ ਬੰਦ ਕੋ ਹਰੇ, ਕਹਿੰਦੇ ਜਿੱਡੇ ਮਰਜੀ ਬੰਧਨ ਇਹਨੂੰ ਪਾਏ ਸੀਗੇ ਮਾਇਆ ਨੇ, ਉਹ ਸਾਰੇ ਬੰਧਨਾਂ ਨੂੰ ਇਹ ਕੱਟ ਕੇ ਸੁੱਟ ਦਿੰਦਾ ਹੈ। ਫਿਰ ਉਹ ਬੰਧ ਕਦੇ ਇਹਨੂੰ ਫੜ ਨਹੀਂ ਸਕਦੇ, ਭੋ ਨਹੀਂ ਸਕਦੇ, ਹਰ ਨਹੀਂ ਸਕਦੇ, ਰੋਕ ਨਹੀਂ ਸਕਦੇ। ਤਥਾ ਪ੍ਰਭਾਵ फिरियो अनंत जीव जाल में, पदार बिंद पाइयो सौभाग पुंज भाल में, को बंद को मिटाइयो सो राम को दिखार कै, करूं सो पाद कंज को नमामि शीस धार कै। ਗ੍ਰੰਥਾਕਾਰ ਮੰਗਲਾਚਰਨ ਦੀ ਸਮਾਪਤੀ ਕਰਦੇ ਹੋਏ ਬੇਨਤੀ ਕਰਦੇ ਨੇ, ਹੇ ਮੇਰੇ ਪਰਮ ਵਿਦਿਆ ਗੁਰੂ, ਤਥਾ ਪ੍ਰਭਾਵ हेरिए, मेरे ऊपर कृपा करो, प्रभाव पाओ। अनंत जीव जाल में, जेड़े जीव अनंत, हे ईश्वर तेरे अनंत जाल विच, तेरे प्रेम विच, तेरी शरधा दे विच जेड़े आ गए, जग्यासू बन गए, वो जेड़े बंदे तेरे जाल विच आ गए, हे अनंत तेरे हेरे होए, तेरे देखे होए तेरे नजदीक आ गए, ते पदार बिंद पाइयो सुभाग पुंज भाल में, ਉਹਨਾਂ ਦੇ ਜਿਹੜੇ ਸੁਭਾਗ ਦਾ ਅਰਥ ਹੈ ਸ੍ਰੇਸ਼ਟ ਭਾਗ, ਪੁੰਜ ਦਾ ਅਰਥ ਹੋ ਗਿਆ ਵੀ ਉਹ ਬਹੁਤੀ ਮਾਤਰਾ ਦੇ ਵਿੱਚ ਉਹਨਾਂ ਦੇ ਮਸਤਿਸ਼ਕ ਦੇ ਭਾਲ ਜਿਹੜੇ ਸੀ ਬਹੁਤੇ ਹੀ ਸ੍ਰੇਸ਼ਟ ਸਨ, ਜੋ ਆਪ ਜੀ ਦੇ ਪਾਵਨ ਪਵਿੱਤਰ ਚਰਨਾਂ ਦੇ ਵਿੱਚ ਆ ਕੇ ਪੈ ਗਏ, ਜਿਨ੍ਹਾਂ ਨੂੰ ਆਪ ਜੀ ਦੇ ਚਰਨਾਂ ਦਾ ਪਿਆਰ ਮਿਲ ਗਿਆ, ਜਿਹਨੂੰ ਆਪ ਦੇ ਚਰਨਾਂ ਦੇ ਨਾਲ ਜੁੜਨ ਦਾ ਮੌਕਾ ਮਿਲਿਆ। ਕੀ ਪ੍ਰਾਪਤੀ ਹੋਵੇਗੀ? ਕੁਬੰਦ ਕੋ ਮਟਾਈਏ, हे ਪਾਤਸ਼ਾਹ ਮੇਰੇ ਤੇ ਕਿਰਪਾ ਕਰੋ, ਆਪ ਜੀ ਦੇ ਚਰਨਾਂ ਵਿੱਚ ਆਏ ਆ, ਕੁਬੰਦ ਮਾੜੇ ਬੰਧਨ ਹੈ ਜਿਹੜੇ, ਉਹਨਾਂ ਨੂੰ ਮਿਟਾ ਕੇ ਸੋ ਰਾਮ ਕੋ ਦਿਖਾਰ ਕੈ, ਉਹ ਰਾਮ ਜੋ ਜੋਗੀ ਜਿਸ ਵਿੱਚ ਰਮਨ ਕਰਦੇ ਨੇ, ਗ੍ਰੰਥਾਕਾਰ ਨੇ ਵਿਉਤਪੱਤੀ ਦਿੱਤੀ, ਉਹ ਰਾਮ ਜਿਸ ਦੀ ਅਸੀਂ ਪੂਜਾ ਕਰਦੇ ਹਾਂ, ਉਹ ਰਾਮ ਜੋ ਰਮਨ ਕਰਦਾ ਘਟ ਘਟ ਦੇ ਵਿੱਚ ਵਸਦਾ, ਕਰੂੰ ਸੁਪਾਦ ਕੰਜ ਕੋ ਨਮਾਮੀ ਸ਼ੀਸ ਧਾਰਕ। ਇਸ ਲਈ ਮੇਰੇ ਪਾਤਸ਼ਾਹ ਆਪ ਜੀ ਦੇ ਸ੍ਰਿਸ਼ਟ ਪਾਦ, ਸ੍ਰਿਸ਼ਟ ਜਿਹੜੇ ਚਰਨ ਨੇ, ਸੁਪਾਦਾ ਸੁਪਾਦਾ, ਆਪ ਜੀ ਦੇ ਸ੍ਰੇਸ਼ਟ ਚਰਨਾਂ ਦੇ ਵਿੱਚ, ਸੋਹਣੇ ਜਿਹੇ ਚਰਨਾਂ ਦੇ ਵਿੱਚ ਕਹਿ ਲਓ ਪੰਜਾਬੀ ਵਿੱਚ, ਮੈਂ ਨਮਾਮੀ ਸ਼ੀਸ ਧਾਰਕ ਹੈ, ਨਮਾਮ ਨਮਸਕਾਰ ਕਰਦਾ ਹੈ, ਸਿਰ ਧਰ ਕੇ ਨਮਸਕਾਰ ਕਰਦਾ ਹੈ, ਕਿਉਂਕਿ ਆਪ ਜੀ ਨੇ ਮੈਨੂੰ ਵਿਦਿਆ ਦਿੱਤੀ, ਬੁੱਧੀ ਦਿੱਤੀ, ਪ੍ਰਗਿਆ ਦਿੱਤੀ, ਦੇਹ ਦਾ ਅਵਮਾਨ ਖਤਮ ਕਰ ਦਿੱਤਾ, ਤੇ ਆਪ ਜੀ ਨੇ ਐਸੀ ਕਿਰਪਾ ਕੀਤੀ, ਆਪ ਜੀ ਦੇ ਚਰਨਾਂ ਦੇ ਵਿੱਚ ਮੈਂ ਨਮਸਕਾਰ ਕਰਦਾ ਹੈ। ਮੇਰਾ ਮੁਝ ਮੈਂ ਕੁਛ ਨਹੀਂ, ਜੋ ਕੁਛ ਹੈ ਸੋ ਤੇਰਾ, ਤੇਰਾ ਤੁਝ ਕੋ ਸੌਂਪਤੇ ਕਿਆ ਲਾਗੈ ਮੇਰਾ। ਹੁਣ ਮੇਰਾ ਇਹਦੇ ਵਿੱਚ ਕੁਝ ਨਹੀਂ, ਆਪਨੇ ਕਿਰਪਾ ਦ੍ਰਿਸ਼ਟੀ ਕਰਨੀ ਹੈ। ਗ੍ਰੰਥਾਕਾਰ ਨੇ ਬੜਾ ਸੁੰਦਰ ਇੱਥੇ ਇਹ ਆਪਣਾ ਭਾਵ ਜਿਹੜਾ ਵਰਣਨ ਕੀਤਾ ਹੈ। ਅੱਗੇ ਕੱਲ ਤੋਂ ਆਪਾਂ ਹੁਣ ਜਿਹੜਾ ਗ੍ਰੰਥ ਸੋਈਏ ਤੋਂ ਬਾਅਦ ਗ੍ਰੰਥ ਪ੍ਰਾਰੰਭ ਹੋਣਾ ਹੈ, ਫਿਰ ਗ੍ਰੰਥਾਕਾਰ ਪਹਿਲਾਂ ਲਿਖਣਗੇ ਨਾ ਵੀ ਗ੍ਰੰਥ ਕਾਹਦੇ ਲਈ ਮੈਂ ਲਿਖ ਰਿਹਾ, ਇਹਦਾ ਕੀ ਫਾਇਦਾ ਹੋਊਗਾ,
ਕਿਹਨੂੰ ਕਿਹਨੂੰ ਇਹ ਫਾਇਦਾ ਕਰੇਗਾ ਗ੍ਰੰਥ, ਕਿਹਦੇ ਲਈ ਮੈਂ ਲਿਖ ਰਿਹਾ, ਜਿਗਿਆਸੂ, ਇਹਨੂੰ ਪੜ੍ਹਨ ਵਾਲੇ, ਚਤੁੱਛ ਹੈ, ਜਿਹੜੇ ਅਧਿਕਾਰੀ ਹੈ, ਉਹ ਉਹਦੇ ਬਾਰੇ ਦਾ ਸਾਰਾ ਵਿਵਰਣ ਇਹਦੇ ਵਿੱਚ ਬਹੁਤ ਵਧੀਆ ਆਊਗਾ। ਸਾਰਾ ਵਿਦਾਂਤ ਇਸ ਦੇ ਗ੍ਰੰਥ ਦੇ ਵਿੱਚ ਆਉਣਾ ਹੈ। ਕੱਲ ਨੂੰ ਆਪਾਂ ਉਹਦੀ ਵਿਚਾਰ ਕਰਾਂਗੇ। ਅੱਜ ਦੀ ਇੱਥੇ ਸਮਾਪਤੀ ਹੈ ਜੀ। ਸਤਨਾਮ ਸ਼੍ਰੀ ਵਾਹਿਗੁਰੂ।